Good morning, students. So now let us discuss the questions of myriad winged bird. So let us start with them. So first is, what is the poem about? So the poem is about the creative process, about how the words come to her when the poetess is writing a poem. So it is about the creative process, it is about the poetic flow, and how words come to her in the process of writing poetry. Okay, so this is what the poem is about. Yes, so this you will find in, so I am reading out from the introduction only. This you will find from there, ਜਿਹੜਾ about the poem ਹੈਗਾ. So ਕਿ ਕਾਦੇ ਬਾਰੇ ਹੈਗੀ, it is about how the words help her when she is writing poetry. Basically how they come to her when she is writing poetry. ਕਿੱਦਾਂ ਉਹ poem ਲਿਖਦੀ ਹੈ, ਕਿੱਦਾਂ ਸ਼ਬਦ ਉਹਦੇ ਤੱਕ ਪਹੁੰਚਦੇ ਹੈ. Next ਦੇਖੋ, what time of the day is suggested in the second stanza. So second stanza ਦੇ ਵਿੱਚ second stanza ਕਿਹੜਾ ਹੈਗਾ ਦੇਖੋ. So second is ਆਹ ਵਾਲਾ rolling in the cradle of fairy tales. So ਇਹ ਕਿਹੜਾ ਹੈਗਾ. So what time of the day? It is the time of night that is suggested in the second stanza, because she speaks of moon, stars in this stanza. Next dekho, which phrase suggests that word offers comfort to the poet. So this is there in para number 4. So where she says, word reassures me, offering me mother's breast milk. Okay, so words ਉਹਨੂੰ comfort ਦਿੰਦੇ ਹੈ. So ਇਹ ਵਾਲਾ phrase ਹੈ. phrase ਦਾ ਮਤਲਬ ਕੀ ਹੁੰਦਾ ਹੈ? It is a group of words, ਸ਼ਬਦਾਂ ਦਾ ਸਮੂਹ. Next ਦੇਖੋ, which word suggests that word can be a means of learning. So ਕਿਹੜਾ ਸ਼ਬਦ ਹੈ ਜਿਹੜਾ ਦੱਸਦਾ ਹੈ ਕਿ ਸ਼ਬਦ ਤੁਹਾਨੂੰ ਸਿਖਾ ਵੀ ਸਕਦੇ ਹੈ. ਸੋ ਇਹ ਕਿਹੜਾ ਹੈਗਾ? ਸਕੂਲ. ਸੋ ਨੈਕਸਟ ਪੈਰਾ ਨਾ ਜਿਹੜਾ, ਵੈਨ ਆਈ ਕੰਜ਼ਿਊਮ ਟਾਈਮ ਟਿਮਿਡਲੀ, ਉਹਦੇ ਐਂਡ ਦੇ ਵਿੱਚ ਇੱਕ ਵਰਡ ਆਉਂਦਾ ਸਕੂਲ. ਐਂਡ ਦੇ ਵਿੱਚ ਕਰਕੇ ਆਉਂਦਾ ਵਰਡ ਬਿਕਮਸ ਅ ਸਕੂਲ ਇਨ ਇਟਸੈਲਫ. ਸੋ ਸ਼ਬਦ ਤੁਹਾਨੂੰ ਸਿਖਾ ਵੀ ਸਕਦੇ ਹੈ. ਇਹ ਕਿੱਥੋਂ ਪਤਾ ਲੱਗਦਾ? ਜਦੋਂ ਉਹ ਵਰਡ ਵਾਸਤੇ ਕਿਹੜਾ ਸ਼ਬਦ ਯੂਜ਼ ਕਰਦਾ ਹੈ? ਸਕੂਲ. ਨੈਕਸਟ ਦੇਖੋ, ਇਨ ਸਟੈਂਜ਼ਾ 6, ਵਿਚ ਫਰੇਜ਼ ਰੈਫਰਸ ਟੂ ਅ ਪੋਇਟਸ ਕਲੱਬ. ਸੋ ਕਿਹੜਾ ਹੈਗਾ ਸਟੈਂਜ਼ਾ 6 ਦੇ ਵਿੱਚ, ਜਿੱਥੇ ਉਹ ਕੀ ਗੱਲ ਕਰਦਾ? ਨਾਈਟਿੰਗੇਲ ਕਲੱਬਸ. ਸੋ ਜਸਟ ਐਜ਼ ਅ ਨਾਈਟਿੰਗੇਲ ਸਿੰਗਸ ਸੌਂਗਸ, in the same way the poets write poems. Okay, so ਨਾਈਟਿੰਗੇਲ ਕਲੱਬਸ, ਜਿੱਦਾਂ ਕਿ ਨਾਈਟਿੰਗੇਲ ਗੀਤ ਗਾਉਂਦੀ ਹੈ, ਉਸੇ ਤਰ੍ਹਾਂ ਦੇ ਨਾਲ ਪੋਇਟਸ ਜਿਹੜੇ ਉਹ ਕਵਿਤਾਵਾਂ ਲਿਖਦੇ ਹੈ. ਨੈਕਸਟ ਦੇਖੋ, ਸੋ ਨਾਈਟਿੰਗੇਲ ਕਲੱਬਸ. ਨੈਕਸਟ ਦੇਖੋ, ਸੋ ਜਦੋਂ ਉਹ ਵੀ ਨਾਈਟਿੰਗੇਲ ਕਲੱਬ ਜੁਆਇਨ ਕਰਦੀ ਹੈ, ਇਹਦਾ ਮਤਲਬ ਕੀ ਹੈ ਕਿ ਵੈਨ ਸ਼ੀ ਬਿਕਮਸ ਅ ਪੋਇਟਸ ਆਫ renown, when she become a famous poet, then she joins that club. मतलब कि ਉਹਨਾਂ ਦੀ ਪੰਕਤੀ ਦੇ ਵਿੱਚ ਖੜੀ ਹੋ ਜਾਂਦੀ ਹੈ, ਉਹਨਾਂ ਦਾ she joins that club which is meant exclusively for the poets. Next देखो, why does the poet compare? ਹੁਣ देखो, answer these questions in a sentence or two. So ਤੁਹਾਨੂੰ ਇਹਦੇ 'ਚੋਂ ਸ਼ਾਰਟ ਹੀ ਆਣੇ ਹੈ. ਸੋ ਬਹੁਤ ਸ਼ਾਰਟ ਤਾਂ ਨਹੀਂ ਆਉਣਗੇ ਜਿਹੜੇ ਆਪਾਂ ਹੁਣੇ ਕਰਕੇ ਹਟੇ ਹਾਂ. ਉਹ ਤਾਂ ਇਹਦੇ 'ਚੋਂ ਇਹ ਆ ਸਕਦਾ ਵਾਟ ਇਜ਼ ਦ ਪੋਇਮ ਅਬਾਊਟ. ਸੋ ਇਹਦੇ ਵਿੱਚੋਂ ਇਹ ਆ ਸਕਦਾ ਐਨੀ ਹਾਊ. ਬਾਕੀ ਥੋੜ੍ਹੇ ਜਿਹੇ ਲੰਬੇ ਜਿਹੜੇ ਆ ਵੇਲੇ ਆਨਸਰਸ ਇਹ ਵੀ ਤੁਸੀਂ ਤਿਆਰ ਕਰਨੇ ਹੈ. ਸੋ ਕਰਨੇ ਤਾਂ ਲੌਂਗ ਆਨਸਰ ਕੁਐਸਚਨਸ ਵੀ ਹੈ, ਕਿਉਂਕਿ ਕਈ ਵਾਰੀ ਉਹੀ ਤੁਹਾਨੂੰ ਸ਼ਾਰਟ 'ਚ ਆ ਜਾਂਦੇ ਹੈ. ਸੋ ਯੂ ਕੈਨ ਨਾਟ then you have to prepare the long answer questions also, क्योंकि कई बार वो short चाहिए, फिर you have to shorten them a bit and write your answers. So why does the poet compare word to a dove? So क्यों वो dove ਦੇ ਨਾਲ compare करदी है शब्दां नूं? क्योंकि dove की है, dove is a very gentle bird.
ਠੀਕ। ਸੋ ਜਿਹੜੀ ਪਿਜਨ ਫੈਮਿਲੀ ਨੂੰ ਹੀ ਬਿਲੋਂਗ ਕਰਦਾ ਡਵ ਵੀ। ਸੋ ਡਵ ਇਜ਼ ਅ ਵੈਰੀ ਜੈਂਟਲ ਬਰਡ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਔਰ ਇਸੇ ਕਰਕੇ ਇਹਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। This bird is considered to be a symbol of peace. It is a very gentle bird. So ਇਸ ਕਰਕੇ ਵਰਡ ਨੂੰ ਕਿਹਦੇ ਨਾਲ ਕੰਪੇਅਰ ਕੀਤਾ ਗਿਆ? ਡਵ ਦੇ ਨਾਲ। ਅਦਰਵਾਈਜ਼ ਆਲਸੋ ਜਿਹੜੇ ਵਰਡਸ ਹੈਗੇ ਹੈ, ਸ਼ਬਦ ਹੈ ਜਿਹੜੇ, ਦੇ ਆਰ ਦ ਮੋਸਟ ਜੈਂਟਲ ਐਂਡ ਪੀਸਫੁਲ ਮੀਨਸ ਆਫ ਕਮਿਊਨੀਕੇਸ਼ਨ। ਸੋ ਜਦੋਂ ਵੀ ਆਪਾਂ ਆਪਣੀ ਗੱਲ ਕਿਸੇ ਤੱਕ ਪਹੁੰਚਾਉਣੀ ਹੈ ਤਾਂ ਸਭ ਤੋਂ ਜ਼ਿਆਦਾ ਜਿਹੜਾ ਕਮਿਊਨੀਕੇਟ ਕਰਨ ਦਾ, ਸਭ ਤੋਂ ਜ਼ਿਆਦਾ ਜਿਹੜਾ ਆਪਣੀ ਗੱਲ ਦੂਸਰੇ ਤੱਕ ਪਹੁੰਚਾਉਣ ਦਾ ਜ਼ਰੀਆ ਹੈਗਾ, ਉਹ ਕੀ ਹੈਗਾ? ਵਰਡਸ। ਠੀਕ। ਕਿਉਂਕਿ ਵਰਡਸ ਦੇ ਨਾਲ ਤੁਸੀਂ ਕਿਸੇ ਨੂੰ ਡੰਡੇ ਨਹੀਂ ਮਾਰ ਰਹੇ, ਸੋ ਆਪਣੀ ਗੱਲ ਵੀ ਤੁਸੀਂ ਕਹਿ ਦਿੰਦੇ ਹੋ। ਸੋ ਵਰਡ ਸਭ ਤੋਂ ਜ਼ਿਆਦਾ ਪੀਸਫੁਲ ਅਤੇ ਜੈਂਟਲ ਤਰੀਕਾ ਆਪਣੀ ਗੱਲ ਕਰਨ ਦਾ। ਔਰ ਇਸੇ ਤਰ੍ਹਾਂ ਨਾਲ ਡਵ ਵੀ ਜਿਹੜਾ ਹੈਗਾ, ਡਵ ਇਜ਼ ਅ ਵੈਰੀ ਜੈਂਟਲ ਬਰਡ। ਸੋ ਇਸ ਕਰਕੇ ਉਹਨੇ ਸ਼ਬਦਾਂ ਨੂੰ ਡਵ ਦੇ ਨਾਲ ਕੰਪੇਅਰ ਕੀਤਾ ਹੈਗਾ, ਬਿਕੋਜ਼ ਵਰਡਸ ਆਰ ਜਸਟ ਲਾਈਕ ਡਵ, ਵੈਰੀ ਜੈਂਟਲ ਐਂਡ ਪੀਸਫੁਲ ਮੀਨਸ ਆਫ ਕਮਿਊਨੀਕੇਸ਼ਨ। ਸੋ ਨੈਕਸਟ ਦੇਖੋ ਹੁਣ, ਨੈਕਸਟ ਇਜ਼ what metaphors, sorry, B part देखो, when does word become a lullaby? So words कदों lullaby बन जाते हैं? when they offer her comfort. Okay, so when she is remembering her childhood, so उदों फिर शब्द की बन जाते हैं, और when she is reading fairy tales, clear, बहुत ही कहानियाँ बचपन वालियाँ परी कथावां जदों पढ़ती है या लिखती है, तो फिर वर्ड्स ਉਹਦੇ ਵਾਸਤੇ ਕੀ ਬਣ ਜਾਂਦੇ? वर्ड्स बिकम अ ललेबाई। फिर शब्द ਉਹਦੇ ਵਾਸਤੇ ਕੀ ਬਣ ਜਾਂਦੇ? ਇੱਕ ਲੋਰੀ ਦਾ ਕੰਮ ਦਿੰਦੇ, ਜਿਹਦੇ ਨਾਲ ਕਿ ਉਹ ਕੀ ਕਰਦੀ ਹੈ? she enters the world of imagination, the world of dreams with the help of, ਜਿੱਦਾਂ ਲੋਰੀ ਦੇ ਨਾਲ ਤੁਸੀਂ ਸੁਪਨਿਆਂ ਦੀ ਦੁਨੀਆ ਵਿੱਚ, ਨੀਂਦ ਵਿੱਚ ਚਲ ਜਾਂਦੇ ਹੋ, ਉਸੇ ਤਰ੍ਹਾਂ ਦੇ ਨਾਲ ਸ਼ਬਦ ਜਿਹੜੇ ਆ ਉਹਦੇ ਵਾਸਤੇ ਫਿਰ ਲਲੇਬਾਈ ਦਾ ਹੀ ਕੰਮ ਕਰਦੇ ਆ, ਲੋਰੀ ਦਾ ਕੰਮ ਕਰਦੇ ਆ। ਅਤੇ ਸ਼ੀ ਐਂਟਰਸ ਦ ਵਰਲਡ ਆਫ ਡਰੀਮਸ, ਦ ਵਰਲਡ ਆਫ ਇਮੈਜੀਨੇਸ਼ਨ। ਨੈਕਸਟ ਦੇਖੋ, ਵੋਟ ਮੈਟਾਫਰਸ ਡਜ਼ ਦ ਪੋਇਟ ਯੂਜ਼ ਇਨ ਸਟੈਂਜ਼ਾ 2? ਸੋ ਮੈਟਾਫਰਸ ਦਾ ਮਤਲਬ ਹੀ ਕੀ ਹੁੰਦਾ? ਕੰਪੈਰੀਜ਼ਨ। ਸੋ ਕਿਹੜੇ ਕਿਹੜੇ ਕੰਪੈਰੀਜ਼ਨ ਉਹ ਯੂਜ਼ ਕਰਦੇ ਹੈਗੇ ਇਹਦੇ ਵਿੱਚ? ਸੋ ਫੇਰੀ ਟੇਲਸ ਦਾ ਕ੍ਰੈਡਲ, ਕਲੀਅਰ, ਪਰੀਆਂ ਦੀ ਜਿਹੜੀ ਪਰੀ ਕਥਾ ਹੈ, ਉਹ ਕੀ ਕਦ ਨਾਲ ਉਹਨੇ ਕੰਪੇਅਰ ਕੀਤਾ ਹੈਗਾ? ਕਿ ਉਹ ਕ੍ਰੈਡਲ ਦੇ ਨਾਲ, ਇੱਕ ਪੰਗੂੜੇ ਦੇ ਨਾਲ। ਜਿਸ ਤਰ੍ਹਾਂ ਕਿ ਪੰਗੂੜੇ 'ਚ ਪੈ ਕੇ ਛੋਟਾ ਬੇਬੀ ਜਿਹੜਾ ਹੁੰਦਾ ਹੈ, ਜਿਹੜਾ when a very small baby is put in a cradle, is laid in a cradle, ਫਿਰ ਉਹ ਕੀ ਹੋ ਜਾਂਦਾ ਹੈ? ਫਿਰ ਉਹ ਸੌਂ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਫੇਰੀ ਟੇਲਸ ਵੀ ਤੁਹਾਨੂੰ ਸੁਪਨਿਆਂ ਦੀ ਦੁਨੀਆ ਵਿੱਚ ਲੈ ਜਾਂਦੀਆਂ। ਔਰ ਫਿਰ ਉਹਨੇ ਕਿਹਦੇ ਨਾਲ ਕੰਪੇਅਰ ਕੀਤਾ? ਕਲਾਊਡਸ ਨੂੰ, ਕਲਾਊਡ ਟ੍ਰੈਜਰਸ ਦੇ ਨਾਲ। ਸੋ ਮੈਟਾਫਰਸ ਦਾ ਮਤਲਬ ਇਹੀ ਹੁੰਦਾ, ਤੁਲਨਾ। ਸਟਾਰੀ ਟੈਂਟਸ, ਔਰ ਵਰਡ ਨੂੰ ਕਿਹੜਾ ਮੈਟਾਫਰ ਉਹਨੇ ਯੂਜ਼ ਕੀਤਾ ਵਰਡ ਵਾਸਤੇ? ਲਲੇਬਾਈ। ਕਿ ਵਰਡ ਦੀ ਤੁਲਨਾ ਉਹਨੇ ਕਿਹਦੇ ਨਾਲ ਕੀਤੀ ਹੈ? ਇੱਕ ਲੋਰੀ ਦੇ ਨਾਲ। ਨੈਕਸਟ ਦੇਖੋ, ਨੈਕਸਟ ਇਜ਼ find a simile in stanza 3. So find a simile in stanza 3. ਹੁਣ ਇੱਥੇ ਤੁਸੀਂ ਦੇਖੋ ਕਿ ਮੈਟਾਫਰ ਕੀ ਹੁੰਦਾ ਹੈ ਤੇ ਸਿਮਲੀ ਕੀ ਹੁੰਦੀ ਹੈ। ਸੋ ਮੈਟਾਫਰ ਕੀ ਹੁੰਦਾ? ਮੈਟਾਫਰ ਇਜ਼ ਅ ਕੰਪੈਰੀਜ਼ਨ। ਫਿਰ ਜਿੱਥੇ ਕਿ ਜਿਹੜੀਆਂ ਚੀਜ਼ਾਂ, ਦੋ ਚੀਜ਼ਾਂ ਜਿਨ੍ਹਾਂ ਵਿੱਚ ਕਿ ਕੰਪੈਰੀਜ਼ਨ ਕੀਤਾ ਜਾ ਰਿਹਾ, ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਉਹ ਵਰਡ ਹੀ ਜਿਹੜਾ ਤੁਲਨਾ ਕੀਤੀ ਜਾ ਰਹੀ ਹੈ, ਉਹ ਦੋਨੋਂ ਚੀਜ਼ਾਂ ਇੱਕ ਹੀ ਬਣਾ ਦਿੰਦੇ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਵਰਡ ਬਿਕਮਸ ਅ ਲਲੇਬਾਈ, ਕਿ ਸ਼ਬਦ ਨੂੰ ਉਹਨੇ ਕੀ ਬਣਾ ਦਿੱਤਾ? ਲੋਰੀ। ਸੋ ਇਹ ਮੈਟਾਫਰ ਹੈ। ਅਤੇ ਸਿਮਲੀ ਕੀ ਹੁੰਦੀ? ਸਿਮਲੀ ਦੇ ਵਿੱਚ ਲਾਈਕ ਵਰਡ ਯੂਜ਼ ਹੁੰਦਾ, ਮਤਲਬ ਦੋਨੋਂ ਤੁਲਨਾ ਹੀ ਹੈ। ਮੈਟਾਫਰ ਵੀ ਤੁਲਨਾ ਹੈ ਅਤੇ ਸਿਮਲੀ ਵੀ ਤੁਲਨਾ ਹੈਗੀ। ਕਲੀਅਰ। ਪਰ ਸਿਮਲੀ ਅਤੇ ਮੈਟਾਫਰ 'ਚ ਕੀ ਫ਼ਰਕ ਹੈ? ਕਿ ਜਦੋਂ ਅਸੀਂ ਸਿਮਲੀ ਯੂਜ਼ ਕਰਦੇ ਹਾਂ ਤਾਂ ਆਪਾਂ ਲਾਈਕ ਤੇ ਐਜ਼ ਲਿਖਦੇ ਹੈਗੇ ਆ। ਸੋ ਫਾਈਂਡ ਅ ਸਿਮਲੀ ਇਨ ਸਟੈਂਜ਼ਾ 3।
क्लीयर। सो सिमली की हैगी स्टैंजा 3 ਦੇ ਵਿੱਚ ਦੇਖੋ। सो स्टैंजा 3 ਪਹਿਲਾਂ ਦੇਖੋ ਕਿੱਥੇ ਹੈਗਾ। सो स्टैंजा 3 So stanza 3 is, while sleeping over dreamlets of velvet flowery fragrance of silken youth, word approaches me like a song. So word ਦੀ ਤੁਲਨਾ ਉਹਨੇ ਕਿਹਦੇ ਨਾਲ ਕੀਤੀ ਹੈ? ਇੱਕ song ਦੇ ਨਾਲ। ਜਿਸ ਤਰ੍ਹਾਂ song ਜਿਹੜਾ ਆਪ ਮੁਹਾਰੇ ਫੁੱਟਦਾ ਹੈ ਤੁਹਾਡੇ ਮੂੰਹੋਂ, ਤੁਸੀਂ ਗਾਉਂਦੇ ਹੋ, ਇਸੇ ਤਰ੍ਹਾਂ ਦੇ ਨਾਲ ਜਿਹੜੇ words ਹੈ ਉਹ ਵੀ when she is remembering the time of her youth, ਤਾਂ ਸ਼ਬਦ ਆਪ ਮੁਹਾਰੇ ਹੀ ਉਹਨੂੰ ਆਉਣ ਲੱਗ ਪੈਂਦੇ, ਜਿੱਦਾਂ ਕਿ ਗੀਤ ਆਪ ਮੁਹਾਰੇ ਹੀ ਤੁਸੀਂ ਅੱਗੇ ਤੋਂ ਅੱਗੇ ਗਾਈ ਜਾਂਦੇ ਹੋ। ਨੈਕਸਟ ਦੇਖੋ, ਨੈਕਸਟ ਇਜ਼ in stanzas 3 and 5 look for examples of alliteration, repetition of the same consonant sound in words which are close together. So alliteration ਕੀ ਹੁੰਦਾ? ਜਿਹਦੇ ਵਿੱਚ ਕਿ ਇੱਕ ਕਵਿਤਾ ਦੇ ਵਿੱਚ ਯੂਜ਼ ਕਰਨ ਵਾਲੀ ਚੀਜ਼ ਹੈ, ਜਿਹਦੇ ਵਿੱਚ ਕਿ ਸੇਮ ਲੈਟਰਸ ਦੀ ਰੈਪੀਟੀਸ਼ਨ ਹੁੰਦੀ ਹੈ in order to create music. yes, for example third ਜਿਹੜਾ ਸਟੈਂਜ਼ਾ ਹੈਗਾ ਉਹਦੇ ਵਿੱਚ ਦੇਖੋ। ਸੋ ਥਰਡ ਸਟੈਂਜ਼ਾ ਦੇ ਵਿੱਚ ਉਹਨੇ ਕਿੱਥੇ ਯੂਜ਼ ਕੀਤਾ ਐਲਿਟਰੇਸ਼ਨ? ਸੋ ਐਲਿਟਰੇਸ਼ਨ ਹੈਜ਼ ਬੀਨ ਯੂਜ਼ਡ ਇਨ ਫਲਾਰੀ ਫ੍ਰੈਗਰੈਂਸ। ਦੋਨੋਂ ਕੌਨਸੋਨੈਂਟਸ ਉਹਨੇ ਯੂਜ਼ ਕੀਤੇ ਹੈ ਨਾਲ ਨਾਲ। This is done to create a kind of a music, a strange kind of a rhythm. ਸੋ ਇਸੇ ਤਰ੍ਹਾਂ ਦੇ ਨਾਲ 5 ਦੇ ਵਿੱਚ ਕਿੱਥੇ ਹੈਗੇ ਜਿਹੜੀ ਰੈਪੀਟੀਸ਼ਨ ਹੈਗੀ ਹੈ? ਪਹਿਲੇ ਫਲਾਰੀ ਫ੍ਰੈਗਰੈਂਸ ਜਿਹਦਾ ਫਸਟ ਲੈਟਰ ਦੀ ਉਹਨੇ ਕੀ ਕੀਤੀ ਹੋਈ ਹੈ? ਰੈਪੀਟੀਸ਼ਨ ਕੀਤੀ ਹੋਈ ਹੈ, ਰਿਪੀਟ ਕੀਤਾ ਹੋਇਆ ਹੈ। ਸੋ 5th ਵਿੱਚ ਦੇਖੋ, ਸੋ ਵੈਨ ਆਈ ਕੰਜ਼ਿਊਮ ਟਾਈਮ ਟਿਮਿਡਲੀ, ਸੋ ਇਹਦੇ ਵਿੱਚ ਕਿੱਥੇ ਰੈਪੀਟੀਸ਼ਨ? ਸੋ ਇਟ ਇਜ਼ ਟਾਈਮ ਟਿਮਿਡਲੀ। ਸੋ ਇਕੱਠੇ ਯੂਜ਼ ਕੀਤੇ ਹੋਏ ਜਿਹੜੇ ਕਿ ਖਾਸ ਤਰ੍ਹਾਂ ਦਾ ਰਿਦਮ ਦਿੰਦੇ, ਉਹਨੂੰ ਖਾਸ ਤਰ੍ਹਾਂ ਦਾ ਸੰਗੀਤ ਉਤਪੰਨ ਹੁੰਦਾ ਹੈ। ਸੋ ਐਲਿਟਰੇਸ਼ਨ ਦਾ ਇਹੀ ਮਤਲਬ ਹੈ, ਜਦੋਂ ਰਿਪੀਟ ਕੀਤਾ ਜਾਂਦਾ ਹੈ the same consonant ਦੇ ਨਾਲ ਦੋ ਵਰਡਸ ਨੂੰ ਸਟਾਰਟ ਕੀਤਾ ਜਾ ਰਿਹਾ ਇਹਦੇ ਵਿੱਚ। ਨੈਕਸਟ ਦੇਖੋ ਹੁਣ, ਨੈਕਸਟ ਇਜ਼ what similes does the poet use in stanza 5? What is being compared in these similes? So stanza 5 ਦੇਖੋ ਕਿਹੜਾ ਹੈਗਾ? So when I consume time timidly. ਸੋ ਇਹਦੇ ਵਿੱਚ ਕਿਹੜੀਆਂ ਸਿਮਲੀਜ਼ ਯੂਜ਼ ਕੀਤੀਆਂ? ਸੋ ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਸਿਮਲੀ ਕੀ ਹੁੰਦੀ ਹੈ? ਸਿਮਲੀ ਇੱਕ ਤੁਲਨਾ ਹੁੰਦੀ ਹੈ, ਔਰ ਜਿਹਦੇ ਵਿੱਚ ਕਿ ਵਰਡ ਲਾਈਕ ਜਾਂ ਐਜ਼ ਯੂਜ਼ ਕੀਤਾ ਜਾਂਦਾ ਹੈ। ਸੋ ਕਿਹੜੀਆਂ ਸਿਮਲੀਜ਼ ਉਹਨੇ ਯੂਜ਼ ਕੀਤੀਆਂ? ਦੇਖੋ, ਆਪਣੇ ਆਪ ਨੂੰ ਉਹਨੇ ਕਿਹਦੇ ਨਾਲ ਕੰਪੇਅਰ ਕੀਤਾ? ਲਾਈਕ ਅ ਸਪਾਈਡਰ। ਜਿਸ ਤਰ੍ਹਾਂ ਸਪਾਈਡਰ ਸਾਰੀ ਉਮਰ ਹੀ ਆਪਣੀ ਇੱਕੋ ਹੀ ਜਗ੍ਹਾ ਦੇ ਉੱਪਰ ਬਿਤਾ ਦਿੰਦਾ ਹੈ, ਇੱਕੋ ਹੀ ਉਹ ਜਾਲ ਬੁਣਦਾ ਰਹਿੰਦਾ ਹੈ, ਸਰਕਲ ਰਾਊਂਡ ਕਰਦਾ ਰਹਿੰਦਾ ਹੈ। ਠੀਕ ਹੈ, ਸੋ ਇਸੇ ਤਰ੍ਹਾਂ ਦੇ ਨਾਲ then she compares herself to a caterpillar. caterpillar ਕੀ ਹੈ? ਛੋਟਾ ਜਿਹਾ ਇਨਸੈਕਟ ਜਿਹੜਾ ਪੂਰੀ ਤਰ੍ਹਾਂ ਡਿਵੈਲਪਡ ਵੀ ਹਾਲੇ ਤੱਕ ਨਹੀਂ ਹੈਗਾ। ਸੋ ਜਿੱਦਾਂ ਉਹ ਬਹੁਤ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਹੈ, ਕਈ ਵਾਰੀ ਇਹ ਜਦੋਂ ਕੌਨਫੀਡੈਂਸ ਇਹਦੇ ਵਿੱਚ ਕਮੀ ਆ ਜਾਂਦੀ ਹੈ, ਫਿਰ ਇਹ ਆਪਣੇ ਆਪ ਨੂੰ ਕੈਟਰਪਿਲਰ ਦੀ ਤਰ੍ਹਾਂ ਹੀ ਮਹਿਸੂਸ ਕਰਦੀ ਹੈ, ਕਦੀ ਸਪਾਈਡਰ ਦੀ ਤਰ੍ਹਾਂ ਮਹਿਸੂਸ ਕਰਦੀ ਹੈ। ਵੈਨ ਸ਼ੀ ਇਜ਼ ਅਨਏਬਲ ਟੂ ਰਾਈਟ ਗੁੱਡ ਪੋਇਟਰੀ, ਉਹਨੂੰ ਕੀ ਲੱਗਦਾ ਕਿ ਮੈਂ ਇੱਕੋ ਹੀ ਜਗ੍ਹਾ ਦੇ ਉੱਪਰ ਜਿਸ ਤਰ੍ਹਾਂ ਚੱਕਰ ਲਗਾਈ ਜਾ ਰਹੀ ਹਾਂ, ਆਈ ਐਮ ਅਨਏਬਲ ਟੂ ਅਚੀਵ ਐਨੀਥਿੰਗ। ਸੋ ਫਿਰ ਇੱਥੇ ਦੋ ਸਿਮਲੀਜ਼ ਹੈਗੀਆਂ, ਕਿਹੜੀਆਂ? ਸਪਾਈਡਰ ਦੇ ਨਾਲ ਆਪਣੀ ਤੁਲਨਾ ਅਤੇ ਕੈਟਰਪਿਲਰ ਦੇ ਨਾਲ ਆਪਣੀ ਤੁਲਨਾ। ਨੈਕਸਟ ਦੇਖੋ, ਨੈਕਸਟ ਇਜ਼ what does the poet compare word to in stanza 6? So stanza 6 ਕਿਹੜਾ ਹੈਗਾ? stanza 6 is when I join nightingale clubs. So this is stanza number 6. So ਇਹਦੇ ਵਿੱਚ ਦੇਖੋ, what does the poet compare word to in stanza 6? So stanza 6 ਦੇ ਵਿੱਚ ਉਹਨੇ ਕਿਹਦੇ ਨਾਲ ਕੰਪੇਅਰ ਕੀਤਾ? to a waterfall, ਇੱਕ ਝਰਨੇ, ਇੱਕ ਵਾਟਰਫਾਲ ਦੇ ਨਾਲ, ਜਿਹੜੀ ਕਿ ਪੂਰੀ ਤਰ੍ਹਾਂ ਨਾਲ ਜਿੱਦਾਂ ਵਾਟਰਫਾਲ ਦੇ ਨੀਚੇ ਖੜੇ ਹੋ ਕੇ
ਤੁਸੀਂ ਪੂਰੀ ਤਰ੍ਹਾਂ ਨਾਲ ਸ਼ੁੱਧੀ ਹੋ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਵਰਡਸ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਕਿਸੇ ਨੂੰ ਵੀ ਹਾਰਟ ਨੂੰ ਦਿਲ ਨੂੰ ਰੂਹ ਨੂੰ ਸ਼ੁੱਧ ਕਰ ਦਿੰਦੇ ਆ ਵਰਡਸ। ਨੈਕਸਟ ਦੇਖੋ, ਵਿਚ ਵਰਡਸ ਇਨ ਸਟੈਂਜ਼ਾ 7 ਇਵੋਕ ਦ ਆਈਡੀਆ ਦੈਟ ਪੋਇਟਰੀ ਇਜ਼ ਲਾਈਕ ਮਿਊਜ਼ਿਕ। ਸੋ ਇਹ ਕਿਹਦੇ ਨਾਲ ਕੰਪੇਅਰ ਕੀਤਾ ਉਹਨੇ? ਇਨ ਸਟੈਂਜ਼ਾ 7 ਕਿਹਦੇ ਨਾਲ ਕੰਪੇਅਰ ਕੀਤਾ ਹੈ? ਵੋਇਸ ਬਾਕਸ ਦੇ ਨਾਲ। ਸੋ ਸਾਡੇ ਗਲੇ ਵਿੱਚ ਜਿਹੜਾ ਇੱਕ ਬਾਕਸ ਹੁੰਦਾ ਬਾਇਓਲੋਜੀਕਲੀ ਜਿਹੜਾ ਸਾਨੂੰ ਮਿਲਿਆ ਹੁੰਦਾ, ਉਹਦੀ ਮਦਦ ਨਾਲ ਹੀ ਅਸੀਂ ਕੀ ਕਰ ਪਾਉਂਦੇ ਹਾਂ, ਵੀ ਆਰ ਏਬਲ ਟੂ ਸਪੀਕ। ਸੋ ਉਹਨੇ ਸਟੈਂਜ਼ਾ 7 ਦੇ ਵਿੱਚ ਕਿਹੜੇ ਵਰਡਸ ਯੂਜ਼ ਕੀਤੇ ਆ? ਇੱਕ ਤਾਂ ਵੋਇਸ ਬਾਕਸ ਐਂਡ ਦੈਨ ਮੈਲੋਡੀਜ਼। ਮੈਲੋਡੀਜ਼ ਵੀ ਕੀ ਹੁੰਦਾ? ਸੌਂਗਸ। ਸੋ ਪੋਇਟਰੀ ਇਜ਼ ਜਸਟ ਲਾਈਕ ਮਿਊਜ਼ਿਕ, ਕਿਉਂਕਿ ਉਹਨੇ ਪੋਇਮ ਦੀ ਜਗ੍ਹਾ ਉਹਨੇ ਕੀ ਯੂਜ਼ ਕੀਤੀ ਹੈ? ਵਰਡ ਮੈਲੋਡੀਜ਼। ਸੋ ਦੀਜ਼ ਵਰ the short answer questions। ਹੁਣ ਤੁਸੀਂ ਦੇਖੋ ਕਿ ਹੁਣ ਜਸਟ ਫॉर योर ओन comprehension, ਆਪਣੀ ਅੰਡਰਸਟੈਂਡਿੰਗ ਵਾਸਤੇ ਦੇਖੋ ਫਟਾਫਟ ਆ ਵਾਲੇ। Make a list of the words and phrases in the first two stanzas which evoke the world of the child। ਸੋ ਇਹਨੂੰ ਦੇਖੋ, ਇਹ ਕਿਹੜੇ ਹੈਗੇ ਹੈ? ਹਾਂਜੀ, ਸੋ ਫਸਟ ਟੂ ਸਟੈਂਜ਼ਾਸ ਦੇ ਵਿੱਚ ਕਿਹੜੇ ਕਿਹੜੇ ਵਰਡਸ ਹੈ? ਪਹਿਲਾ ਤਾਂ ਹੈ ਹੀ ਚਾਈਲਡਸ ਪਲੇ, ਬੱਚਿਆਂ ਦਾ ਖੇਡ। ਫਿਰ ਕੀ ਹੈ? ਐਲਫਾਬੈਟ। ਐਲਫਾਬੈਟ ਵੀ ਕਿਹਦੇ ਨਾਲ ਆਪਾਂ ਲਿੰਕ ਕਰਦੇ ਹਾਂ ਇਹਨੂੰ? ਚਿਲਡਰਨ ਦੇ ਨਾਲ, ਕਿਉਂਕਿ ਬੱਚੇ ਹੀ ਐਲਫਾਬੈਟ ਸਿੱਖਦੇ ਹੈਗੇ। ਫਿਰ ਨੈਕਸਟ ਦੇਖੋ, ਨੈਕਸਟ ਪੈਰਾ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਦੇ ਨਾਲ ਐਸੋਸੀਏਟਿਡ ਹੈ? ਕ੍ਰੈਡਲ, ਪੰਘੂੜਾ, ਫੇਰੀ ਟੇਲਸ, ਸੋ ਲਲੇਬਾਈ, ਲੋਰੀ। ਸੋ ਇਹ ਸਾਰੇ ਵਰਡਸ ਕਿਹਦੇ ਨਾਲ ਐਸੋਸੀਏਟਿਡ ਹੈਗੇ ਆ? ਜਿਹੜੇ ਕਿ ਦੇ ਆਰ ਲਿੰਕਡ ਟੂ ਦ ਵਰਲਡ ਆਫ ਦ ਚਾਈਲਡ। ਨੈਕਸਟ ਦੇਖੋ, ਡੂ ਵਰਡਸ ਕਮ ਈਜ਼ੀਲੀ ਟੂ ਦ ਪੋਇਟ, ਕੋਡ ਦ ਲਾਈਨਸ ਦੈਟ ਗਿਵ ਯੂ ਦ ਆਂਸਰ। ਸੋ ਕੀ ਉਹਨੂੰ ਸੌਖੇ ਹੀ ਸੁੱਝ ਜਾਂਦੇ ਸ਼ਬਦ? ਸੋ ਉਹਨੇ ਜਿੱਦਾਂ ਕਿਹਾ ਕਿ ਵਰਡ ਸ਼ੁਰੂ ਵਿੱਚ ਉਹਨੇ ਕੀ ਕਿਹਾ? ਵਰਡ ਇਜ਼ ਅ ਚਾਈਲਡਸ ਪਲੇ। ਫਿਰ ਇਹ ਤੋਂ ਕੀ ਪਤਾ ਲੱਗਦਾ ਕਿ ਉਹਨੂੰ ਸੁੱਝ ਜਾਂਦੇ ਹੈ? ਦੇ ਈਜ਼ੀਲੀ ਕਮ ਟੂ ਹਰ ਮਾਈਂਡ। ਔਰ ਫਿਰ ਉਹਨੇ ਇੱਕ ਹੋਰ ਕੀ ਦੱਸਿਆ ਸੀਗਾ ਜਦੋਂ ਉਹਨੇ ਕੀ ਕਿਹਾ ਸੀਗਾ ਕਿ ਵੈਨ ਆਈ ਐਮ ਕੌਟ ਇਨ ਦ ਮਿਡਸਟ ਆਫ ਦ ਐਲਫਾਬੈਟ ਦੇ ਜੈਂਟਲੀ ਐਂਟਰ ਮਾਈ ਹੈਡ। ਕਹਿੰਦੀ ਹੈ ਨਾ ਕਿ ਉਹਨੂੰ ਹਮੇਸ਼ਾ ਕੀ ਲੱਗਦਾ ਰਹਿੰਦਾ? ਐਜ਼ ਇਫ ਦ ਵਰਡਸ ਆਰ ਸਰਕਲਿੰਗ ਅਰਾਊਂਡ ਹਰ ਹੈਡ, ਕਿ ਜਿੱਦਾਂ ਉਹਦੇ ਆਸ ਪਾਸ ਹੀ ਘੁੰਮ ਰਹੇ ਸੀਗੇ ਔਰ ਜੈਂਟਲੀ ਬਿਨਾਂ ਉਹਨੂੰ ਪਤਾ ਲੱਗੇ ਉਹਦੇ ਮਾਈਂਡ ਦੇ ਵਿੱਚ ਐਂਟਰ ਕਰ ਜਾਂਦੇ ਆ। ਨੈਕਸਟ ਦੇਖੋ, ਸੋ ਇਸ ਤੋਂ ਪਤਾ ਲੱਗਦਾ ਹੈ। ਸੋ ਇੱਕ ਡੀ ਦੇਖੋ, ਵਾਈ ਡੂ ਯੂ ਥਿੰਕ ਦ ਪੋਇਟ ਕੰਪੇਅਰਸ ਹਰਸੈਲਫ ਟੂ ਅ ਸਪਾਈਡਰ ਐਂਡ ਅ ਕੈਟਰਪਿਲਰ ਇਨ ਸਟੈਂਜ਼ਾ 5। ਸੋ ਕਿਉਂ ਕੰਪੇਅਰ ਕਰਦੀ ਹੈ ਆਪਣੇ ਆਪ ਨੂੰ? ਕਿਉਂਕਿ ਉਹਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਿ ਸਪਾਈਡਰ ਅਤੇ ਕੈਟਰਪਿਲਰ ਕੀ ਹੁੰਦੇ? ਬਹੁਤ ਹੀ ਛੋਟੇ ਜੀਵ ਹੈ। ਫਸਟ ਆਫ ਆਲ ਦੇ ਆਰ ਵੈਰੀ ਸਮਾਲ ਕ੍ਰੀਚਰਸ। ਸੋ ਜਦੋਂ ਵੈਨ ਸ਼ੀ ਹੈਜ਼ ਲੋਸਟ ਕੌਨਫੀਡੈਂਸ, ਤੈਨੂੰ ਕੀ ਲੱਗਦਾ? ਸ਼ੀ ਕੰਪੇਅਰਸ ਹਰਸੈਲਫ ਟੂ ਅ ਸਪਾਈਡਰ ਐਂਡ ਅ ਕੈਟਰਪਿਲਰ। ਕੈਟਰਪਿਲਰ ਕੀ ਹੁੰਦਾ? ਜਿਹੜਾ ਕਿ ਛੋਟਾ ਜਿਹਾ ਇਨਸੈਕਟ, ਔਰ ਜਿਹਨੂੰ ਕਿ ਘਰ ਜਾਣ ਦਾ ਰਸਤਾ ਨਹੀਂ ਵਾਪਸ ਮਿਲ ਰਿਹਾ। ਸੋ ਜਿਹੜਾ ਕਿ ਬਹੁਤ ਆਪਣੇ ਆਪ ਨੂੰ ਸਮਾਲ ਫੀਲ ਕਰ ਰਿਹਾ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਕੌਨਫੀਡੈਂਸ ਲੂਜ਼ ਕਰਦੇ ਹੋ, ਦੈਨ ਯੂ ਫੀਲ ਵੈਰੀ ਵਰਥਲੈਸ, ਵੈਰੀ ਸਮਾਲ, ਜਸਟ ਲਾਈਕ ਸਪਾਈਡਰ ਐਂਡ ਕੈਟਰਪਿਲਰ। ਸੋ ਫਿਰ ਉਹਨੂੰ ਆਪਣੇ ਆਪ ਨੂੰ ਉਹਨੇ ਇਹਦੇ ਨਾਲ ਕੰਪੇਅਰ ਕੀਤਾ। ਨੈਕਸਟ ਦੇਖੋ, ਨੈਕਸਟ ਇਜ਼ make a list of the words and phrases in the poem which suggest that poetry is like music। So voice box they, and then a music treasure, melodies। So ਇਹਦੇ ਨਾਲ compare ਕੀਤਾ। So now these are some of the questions। ਇੱਕ ਦੋ ਰਹਿ ਗਏ ਜਿਹੜੇ ਕਿ maybe I will deal with them in the next lecture along with the chapter। So ਇਹਨੂੰ ਹੁਣ now let us make an end here।